भगवंत मान ते किसी ने उन्हें पैसा मारिया होवे, कोई उन्हें करप्शन की होवे, किसी ने हेराफेर की होवे, किसी ने परचा किया होवे। भगवंत मान ने कदे भी इहो जिहे कामां दे विच कदे आया ही नहीं। बाकी उन्होंने पर्सनल लाइफ डिफरेंट लाइफ है, आई रिस्पैक्ट हिम, बट ए ट्रू एंड फैक्ट है भगवंत मान एक ऐसी शख्सियत है पोलिटिकल खेत्र दे विच जिन्हां ने ना ही उन्होंने किसी भतीजे ने ना ही कदे भाणजे ने कोई इहो जिहा काम नहीं कीता ਜਿਹੜਾ ਕਿ ਇਹਨੇ ਕਰਕੇ ਚੰਨੀ ਨੇ ਇੱਕ ਨਵਾਂ ਹੋਰ ਚੰਨ ਚੜਾ ਦਿੱਤਾ। ਇਹ ਟਰੂ ਹੈ ਭਗਵੰਤ ਮਾਨ ਜੀ ਬਾਰੇ ਮੈਂ ਖੁਦ ਆਪ ਕਹਿੰਦਾ, ਮੈਂ ਕਲੇਮ ਕਰਦਾ ਆ, ਦੁਨੀਆ ਵਾਲਿਆਂ ਨੂੰ ਮੈਂ ਕਹਿਣ ਨੂੰ ਤਿਆਰ ਆ, ਤੁਸੀਂ ਵੋਟ ਭਗਵੰਤ ਮਾਨ ਨੂੰ ਪਾਉਣੀ ਆ ਨਹੀਂ ਪਾਉਣੀ ਤੁਹਾਡੀ ਚੁਆਇਸ ਆ, ਬਟ ਭਗਵੰਤ ਮਾਨ ਜੀ ਜ਼ਿੰਦਗੀ ਦੇ ਵਿੱਚ ਇੱਕ ਮਿਹਨਤ ਕਰਨ ਵਾਲਾ ਵਿਅਕਤੀ ਹੈ। ਪ੍ਰੋਗਰਾਮ ਨੂੰ ਅੱਗੇ ਤੋਰਾਂ ਔਰ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਹੁਣਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਜੋ ਲੋਕਾਂ ਦੀ ਮੰਗ ਜਾਂ ਪਾਰਟੀ ਦੀ ਮੰਗ ਜਾਂ ਵਿਧਾਇਕਾਂ ਦੀ ਮੰਗ, ਇੰਟਰਨਲ ਜਾਂ ਫਿਰ ਪਬਲਿਕ ਦੀ ਮੰਗ, ਪੰਜਾਬ 'ਚ ਵਸਦੇ ਲੋਕਾਂ ਦੀ ਮੰਗ, ਉਹਨਾਂ ਦਾ ਚਿਹਰਾ ਜਿਹੜਾ ਹੈ ਪਾਰਟੀ ਨੇ ਐਲਾਨਿਆ। ਮੈਂ ਭਗਵੰਤ ਮਾਨ ਜੀ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਤੁਹਾਡੇ ਵੱਲੋਂ ਵੀ ਮੁਬਾਰਕਬਾਦ ਦੇਣੀ ਚਾਹਾਂਗਾ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਜਿਸ ਪਾਰਟੀ ਬਣਦੀ ਆ ਤਾਂ ਸਾਡੇ ਸੀਐਮ ਭਗਵੰਤ ਮਾਨ ਜੀ ਹੋਣਗੇ। ਪਰ ਭਗਵੰਤ ਮਾਨ ਜੀ ਬਾਰੇ ਤੁਹਾਡੇ ਕੁਛ ਵੀ ਵਿਚਾਰ ਹੋਣ, ਮੇਰੇ ਕੁਛ ਵੀ ਹੋਣ, ਕਿਸੇ ਬਾਰੇ ਕੁਛ ਵੀ ਹੋਣ, ਪਰ ਮੈਂ ਇੱਕ ਗੱਲ ਸਾਫ਼ ਸਪਸ਼ਟ ਕਹਿ ਸਕਦਾ ਦੁਨੀਆ ਵਾਲਿਆਂ ਨੂੰ, ਹੀ ਇਜ਼ ਨਾਟ ਕਰਪਟ ਔਰ ਇਹਨੇ ਆਪਣੀ ਪੋਲੀਟੀਕਲ ਲਾਈਫ ਦੇ ਵਿੱਚ ਕਦੇ ਵੀ ਕਿਸੇ ਵਿਅਕਤੀ ਤੇ ਪਰਚਾ ਨਹੀਂ ਦਵਾਇਆ ਔਰ ਕਿਸੇ ਦੇ ਨਾਲ ਕੋਈ ਹੇਰਾਫੇਰੀ ਪੈਸੇ ਦੀ ਨਹੀਂ ਕੀਤੀ। ਇਹ ਟਰੂ ਐਂਡ ਫੈਕਟ ਹੈ। ਕਮੇਡੀਅਨ ਕਿਉਂਕਿ ਇਹਦੀ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਜਾਣਦੇ ਹੋ ਕਿ ਐਜ਼ ਏ ਕਮੇਡੀਅਨ ਤੌਰ ਤੇ ਇਹਨਾਂ ਦੀ ਜਾਣ ਪਛਾਣ ਮਾਰਕੀਟ ਵਿੱਚ ਹੋਈ ਆ। ਉਸ ਵੇਲੇ ਪੋਲੀਟੀਸ਼ੀਅਨ ਬਣੇ ਨੇ, ਦੂਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਨੇ, ਇਹ ਲੋਕਾਂ ਨੇ ਬਣਾਏ ਨੇ। ਹੁਣ ਵੇਖਦੇ ਹਾਂ ਕਿ ਇਹਨਾਂ ਦੀ ਪਾਰਟੀ ਨੂੰ ਲੋਕ ਜਿਤਾਉਂਦੇ ਆ ਤੇ ਇਹ ਸਾਡੇ ਪੰਜਾਬ ਦੇ ਸੀਐਮ ਹੋਣਗੇ। ਸੋ ਭਗਵੰਤ ਮਾਨ ਜੀ, ਇਹ ਗੱਲਾਂ ਜਿਹੜੀਆਂ ਸੱਚੀਆਂ ਸੱਚ ਹੈ ਕਿ ਤੁਹਾਡੀ ਸਿਆਸੀ ਜਿਹੜੀ ਆ ਚਾਦਰ ਆ ਇਹਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਜਿਹੜਾ ਕਿ ਬਾਸੀ ਨੂੰ ਦੱਸਦਾ ਹੋਵੇ ਕਿ ਤੁਸੀਂ ਕਰਪਟ ਹੋ ਔਰ ਤੁਸੀਂ ਕਿਸੇ ਦੇ ਪਰਚੇ ਗਲਤ ਦਵਾਈ ਹੋਣਗੇ, ਤੁਸੀਂ ਕੋਈ ਮਾਈਨਿੰਗ ਦਾ ਕੰਮ ਕੀਤਾ ਹੋਵੇਗਾ, ਕੋਈ ਐਸਾ ਬਲੈਕ ਦਾ ਕੰਮ ਕੀਤਾ ਹੋਵੇਗਾ ਜੋ ਗਲਤ ਨਜ਼ਰਾਂ ਵਿੱਚ ਹੋਵੇਗਾ, ਕੋਈ ਨਹੀਂ ਕੀਤਾ। ਬਾਕੀ ਦੀਆਂ ਗੱਲਾਂ ਪਰਸਨਲ ਕੋਈ ਵੀ ਇਸ਼ੂ ਹੋ ਸਕਦੇ ਨੇ। ਸੋ ਆਓ, ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਮੈਂ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਪਨੂ ਸਾਹਿਬ ਮੇਰੀ ਮੁਬਾਰਕਬਾਦ ਮੇਰੇ ਖਿਆਲ ਕਿ ਜ਼ਰੂਰ ਜਿਹੜੀ ਆ ਉਹ ਪਹੁੰਚ ਗਈ ਹੋਵੇਗੀ। ਔਰ ਕਿਉਂਕਿ ਜੋ ਸੱਚ ਹੈ ਸੱਚ ਹੈ। ਇਹ ਦੇਖੋ, ਇਹ ਗੱਲ ਪਨੂ ਸਾਹਿਬ ਸਾਨੂੰ ਇਹ ਸਿੱਖਣੀ ਪਵੇਗੀ, ਸਾਨੂੰ ਕਹਿਣਾ ਪਵੇਗਾ ਜਿਹੜੀ ਚੀਜ਼ ਸੱਚ ਹੈ ਉਹ ਸੱਚ ਹੈ। ਬਿਲਕੁਲ ਠੀਕ ਹੈ ਜੀ। ਹਾਂ, ਸੋ ਅੰਕਲ ਜੀ ਮੇਰੀ 35 ਸਾਲ ਉਮਰ ਹੋ ਗਈ, ਮੇਰੀ ਪੂਰੀ ਸੁਰਤ ਵਿੱਚ ਇੱਕ ਇਮਾਨਦਾਰ ਜੇ ਕੋਈ ਮੈਂ ਪੋਲੀਟੀਸ਼ੀਅਨ ਵੇਖਿਆ ਤਾਂ ਭਗਵੰਤ ਮਾਨ ਸਾਹਿਬ ਦੇਖੇ ਨੇ ਜਿਨ੍ਹਾਂ ਦੇ ਕੋਈ ਦਾਗ ਨਹੀਂ ਅੱਜ ਤੱਕ, ਨਾ ਕੋਈ ਲਾ ਸਕਿਆ। ਉਹ ਕਹਿੰਦੇ ਨੇ ਮੈਨੂੰ ਫੜੋ, ਰੁਪਈਏ ਦੀ ਵੀ ਮੈਂ ਘਪਲਾ ਕੀਤਾ ਨੂੰ ਫੜੋ। ਹੁਣ 12 ਕਰੋੜ ਰੁਪਇਆ ਫੜਿਆ ਗਿਆ, ਇਹ ਕਾਹਦੇ ਵਾਸਤੇ ਇਹਦੇ ਕੋਲ? ਇਹਨੂੰ ਕੋਈ ਕੁਐਸਚਨ ਕਰ ਸਕਦੀ ਪਬਲਿਕ ਕਿ ਤੂੰ ਕਾਹਦੇ ਵਾਸਤੇ ਪੈਸੇ ਰੱਖੇ, ਕੀ ਕਰਨੇ ਸੀ ਪੈਸਿਆਂ ਦਾ? ਮੈਂ ਤਾਂ ਕੱਲ ਆਲਰੇਡੀ ਸੁਣੋ ਗੱਲ, ਮੈਂ ਕੱਲ ਪਰਸੋਂ ਜਦੋਂ ਭਗਵੰਤ ਮਾਨ ਹੁਣਾਂ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਤਾਂ ਉਸ ਵੇਲੇ ਮੁਬਾਰਕਬਾਦ ਦਿੱਤੀ ਹੈ ਭਗਵੰਤ ਮਾਨ ਜੀ ਨੂੰ ਕਿ ਗੁੱਡ ਲੱਕ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ, ਸਾਨੂੰ ਗੁੱਡ ਲੱਕ ਦੇ ਰਹੇ ਹਾਂ, ਵੋਟਾਂ ਲੋਕਾਂ ਨੇ ਪਾਉਣੀਆਂ, ਜਿਤਾਉਣਾ ਹਰਾਉਣਾ ਲੋਕਾਂ ਦਾ ਕੰਮ ਹੈ। ਬਟ ਮੈਂ ਇਹ ਉਹਨਾਂ ਬਾਰੇ ਇੱਕ ਗੱਲ ਸਾਫ਼ ਸਪਸ਼ਟ ਕੀਤੀ ਹੈ, ਹੁਣ ਵੀ ਕਹਿੰਦਾ, ਗਾਹ ਵੀ ਕਹੂੰਗਾ, ਆਖਰੀ ਸਾਹ ਤੱਕ ਕਹੂੰਗਾ ਕਿ ਅੱਜ 19 ਜਨਵਰੀ ਤੱਕ ਦਾ ਸਮਾਂ ਜੋ ਉਹਨੇ ਤੈਅ ਕੀਤਾ ਆ ਕਾਮੇਡੀ ਵਿੱਚ, ਵੱਖ-ਵੱਖ ਸ਼ੋਆਂ ਦੇ ਵਿੱਚ, ਔਰ ਉਹਨਾਂ ਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਭਗਵੰਤ ਮਾਨ ਤੇ ਕਿਸੇ ਨੇ ਉਹਨੂੰ ਪੈਸਾ ਮਾਰਿਆ ਹੋਵੇ, ਕੋਈ ਉਹਨੇ ਕਰਪਸ਼ਨ ਕੀਤੀ ਹੋਵੇ, ਕਿਸੇ ਨੇ ਹੇਰਾਫੇਰ ਕੀਤੀ ਹੋਵੇ, ਕਿਸੇ ਦੇ ਪਰਚਾ ਕੀਤਾ ਹੋਵੇ। ਭਗਵੰਤ ਮਾਨ ਨੇ ਕਦੇ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਕਦੇ ਆਇਆ ਹੀ ਨਹੀਂ। ਬਾਕੀ ਉਹਨਾਂ ਦੀ ਪਰਸਨਲ ਲਾਈਫ ਡਿਫਰੈਂਟ ਲਾਈਫ ਹੈ, ਆਈ ਰਿਸਪੈਕਟ ਹਿਮ, ਬਟ ਇਹ ਟਰੂ ਐਂਡ ਫੈਕਟ ਹੈ ਭਗਵੰਤ ਮਾਨ ਇੱਕ ਐਸੀ ਸ਼ਖਸੀਅਤ ਹੈ ਪੋਲੀਟੀਕਲ ਖੇਤਰ ਦੇ ਵਿੱਚ ਜਿਨ੍ਹਾਂ ਨੇ ਨਾ ਹੀ ਉਹਨਾਂ ਨੇ ਕਿਸੇ ਭਤੀਜੇ ਨੇ ਨਾ ਹੀ ਕਦੇ ਭਾਣਜੇ ਨੇ ਕੋਈ ਇਹੋ ਜਿਹੇ ਕੰਮ ਨਹੀਂ ਕੀਤਾ ਜਿਹੜਾ ਕਿ ਇਹਨੇ ਕਰਕੇ ਚੰਨੀ ਨੇ ਇੱਕ ਨਵਾਂ ਹੋਰ ਚੰਨ ਚੜਾ ਦਿੱਤਾ। ਇਹ ਟਰੂ ਹੈ ਭਗਵੰਤ ਮਾਨ ਜੀ ਬਾਰੇ ਮੈਂ ਖੁਦ ਆਪ ਕਹਿੰਦਾ, ਮੈਂ ਕਲੇਮ ਕਰਦਾ ਆ, ਦੁਨੀਆ ਵਾਲਿਆਂ ਨੂੰ ਮੈਂ ਕਹਿਣ ਨੂੰ ਤਿਆਰ ਆ, ਤੁਸੀਂ ਵੋਟ ਭਗਵੰਤ ਮਾਨ ਨੂੰ ਪਾਉਣੀ ਆ ਨਹੀਂ ਪਾਉਣੀ ਤੁਹਾਡੀ ਚੁਆਇਸ ਆ, ਬਟ ਭਗਵੰਤ ਮਾਨ ਜੀ ਜ਼ਿੰਦਗੀ ਦੇ ਵਿੱਚ ਇੱਕ ਮਿਹਨਤ ਕਰਨ ਵਾਲਾ ਵਿਅਕਤੀ ਹੈ ਔਰ ਨਾ ਇਹਨੇ ਹੇਰਾਫੇਰੀ ਕੀਤੀ ਹੈ ਤੇ ਨਾ ਹੇਰਾਫੇਰੀ ਕਰਨ ਵਾਲਿਆਂ ਦਾ ਇਹਨੇ ਸਾਥ ਦਿੱਤਾ ਆ। ਇਹ ਟਰੂ ਐਂਡ ਫੈਕਟ ਹੈ, ਨਾ ਇਹ ਕਰਪਟ ਹੈ। ਅੰਕਲ ਜੀ ਅੱਜ ਤੇ ਮੈਂ ਰਾਜਾ ਵੜਿੰਗ ਦਾ ਬਿਆਨ ਸੁਣਿਆ, ਹੁਣ ਉਹ ਦੂਜੇ ਪਾਸੇ ਹੋ ਗਏ ਨੇ। ਪਹਿਲਾਂ ਕਹਿੰਦੇ ਭਗਵੰਤ ਮਾਨ ਨੂੰ ਵੋਟ ਨਹੀਂ ਪੈਣੀ, ਹੁਣ ਉਹ ਕਹਿੰਦੇ ਕਿ ਇਹਨਾਂ ਨੇ ਫੇਕ ਆਈਡੀਆ ਪਵਾ ਕੇ ਭਗਵੰਤ ਮਾਨ ਨੂੰ ਵੋਟਾਂ ਕਰਾਈਆਂ। ਜਿਹੜਾ ਰਾਜਾ ਵੜਿੰਗ ਆ, ਉਹ ਰਾਜਾ ਵੜਿੰਗ ਇਹੋ ਜਿਹਾ ਮੁੰਡਾ ਆ, ਉਹ ਛਲਾਰੂ, ਮੈਂ ਤਦ ਕਹਿ ਰਿਹਾ ਝੂਠਾ ਆ ਔਰ ਕੱਪੜੇ ਸਮਾ ਕੇ ਇੱਕ ਜਿਹੜੇ ਸਿਲਾਈ ਵਾਲੇ ਆ ਉਹਦੇ ਪੈਸੇ ਨਹੀਂ ਦੇ ਸਕਦਾ।
ਤਾਂ ਤੁਸੀਂ ਹੋਰ ਕੀ ਸਮਝਦੇ ਹੋ? ਦੇ ਸਕੇ। ਹਾਂਜੀ ਹਾਂਜੀ ਪ੍ਰੋਗਰਾਮ ਨੂੰ ਅੱਗੇ ਤੋਰਾਂ ਔਰ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਹੁਣਾਂ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਜੋ ਲੋਕਾਂ ਦੀ ਮੰਗ ਜਾਂ ਪਾਰਟੀ ਦੀ ਮੰਗ ਜਾਂ ਵਿਧਾਇਕਾਂ ਦੀ ਮੰਗ, ਇੰਟਰਨਲ ਜਾਂ ਫਿਰ ਪਬਲਿਕ ਦੀ ਮੰਗ, ਪੰਜਾਬ 'ਚ ਵਸਦੇ ਲੋਕਾਂ ਦੀ ਮੰਗ, ਉਹਨਾਂ ਦਾ ਚਿਹਰਾ ਜਿਹੜਾ ਹੈ ਪਾਰਟੀ ਨੇ ਐਲਾਨਿਆ। ਮੈਂ ਭਗਵੰਤ ਮਾਨ ਜੀ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਤੁਹਾਡੇ ਵੱਲੋਂ ਵੀ ਮੁਬਾਰਕਬਾਦ ਦੇਣੀ ਚਾਹਾਂਗਾ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਜਿਸ ਇਹ ਪਾਰਟੀ ਬਣਦੀ ਹੈ ਤਾਂ ਸਾਡੇ ਸੀਐਮ ਭਗਵੰਤ ਮਾਨ ਜੀ ਹੋਣਗੇ। ਪਰ ਭਗਵੰਤ ਮਾਨ ਜੀ ਬਾਰੇ ਤੁਹਾਡੇ ਕੁਝ ਵੀ ਵਿਚਾਰ ਹੋਣ, ਮੇਰੇ ਕੁਝ ਵੀ ਹੋਣ, ਕਿਸੇ ਬਾਰੇ ਕੁਝ ਵੀ ਹੋਣ, ਪਰ ਮੈਂ ਇੱਕ ਗੱਲ ਸਾਫ਼ ਸਪਸ਼ਟ ਕਹਿ ਸਕਦਾ ਦੁਨੀਆ ਵਾਲਿਆਂ ਨੂੰ, ਹੀ ਇਜ਼ ਨਾਟ ਕਰਪਟ ਔਰ ਇਹਨੇ ਆਪਣੀ ਪੋਲੀਟੀਕਲ ਲਾਈਫ ਦੇ ਵਿੱਚ ਕਦੇ ਵੀ ਕਿਸੇ ਵਿਅਕਤੀ ਤੇ ਪਰਚਾ ਨਹੀਂ ਦਵਾਇਆ ਔਰ ਕਿਸੇ ਦੇ ਨਾਲ ਕੋਈ ਹੇਰਾਫੇਰੀ ਪੈਸੇ ਦੀ ਨਹੀਂ ਕੀਤੀ। ਇਹ ਟਰੂ ਐਂਡ ਫੈਕਟ ਹੈ। ਕਮੇਡੀਅਨ, ਕਿਉਂਕਿ ਇਹਦੀ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਜਾਣਦੇ ਹੋ ਕਿ ਐਜ਼ ਏ ਕਮੇਡੀਅਨ ਤੌਰ ਤੇ ਇਹਨਾਂ ਦੀ ਜਾਣ ਪਛਾਣ ਮਾਰਕੀਟ ਵਿੱਚ ਹੋਈ ਆ। ਉਸ ਵੇਲੇ ਪੋਲੀਟੀਸ਼ੀਅਨ ਬਣੇ ਨੇ, ਦੂਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਨੇ, ਇਹ ਲੋਕਾਂ ਨੇ ਬਣਾਏ ਨੇ। ਹੁਣ ਵੇਖਦੇ ਹਾਂ ਕਿ ਇਹਨਾਂ ਦੀ ਪਾਰਟੀ ਨੂੰ ਲੋਕ ਜਿਤਾਉਂਦੇ ਆ ਤੇ ਇਹ ਸਾਡੇ ਪੰਜਾਬ ਦੇ ਸੀਐਮ ਹੋਣਗੇ। ਸੋ ਭਗਵੰਤ ਮਾਨ ਜੀ, ਇਹ ਗੱਲਾਂ ਜਿਹੜੀਆਂ ਸੱਚੀਆਂ ਹੈ, ਸੱਚ ਹੈ ਕਿ ਤੁਹਾਡੀ ਸਿਆਸੀ ਜਿਹੜੀ ਆ ਚਾਦਰ ਆ, ਇਹਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਜਿਹੜਾ ਕਿ ਬਾਸੀ ਨੂੰ ਦੱਸਦਾ ਹੋਵੇ ਕਿ ਤੁਸੀਂ ਕਰਪਟ ਹੋ ਔਰ ਤੁਸੀਂ ਕਿਸੇ ਦੇ ਪਰਚੇ ਗਲਤ ਦਵਾਏ ਹੋਣਗੇ, ਤੁਸੀਂ ਕੋਈ ਮਾਈਨਿੰਗ ਦਾ ਕੰਮ ਕੀਤਾ ਹੋਵੇਗਾ, ਕੋਈ ਐਸਾ ਬਲੈਕ ਦਾ ਕੰਮ ਕੀਤਾ ਹੋਵੇਗਾ ਜੋ ਗਲਤ ਨਜ਼ਰਾਂ ਵਿੱਚ ਹੋਵੇਗਾ। ਕੋਈ ਨਹੀਂ ਕੀਤਾ। ਬਾਕੀ ਦੀਆਂ ਗੱਲਾਂ ਪਰਸਨਲ ਕੋਈ ਵੀ ਇਸ਼ੂ ਹੋ ਸਕਦੇ ਨੇ। ਸੋ ਆਓ, ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ, ਮੈਂ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਪਨੂ ਸਾਹਿਬ ਮੇਰੀ ਮੁਬਾਰਕਬਾਦ ਮੇਰੇ ਖਿਆਲ ਕਿ ਜ਼ਰੂਰ ਜਿਹੜੀ ਆ ਉਹ ਪਹੁੰਚ ਗਈ ਹੋਵੇਗੀ। ਜੀ ਜੀ ਬਿਲਕੁਲ। ਔਰ ਕਿਉਂਕਿ ਜੋ ਸੱਚ ਹੈ ਸੱਚ ਹੈ। ਇਹ ਦੇਖੋ, ਇਹ ਗੱਲ ਪਨੂ ਸਾਹਿਬ ਸਾਨੂੰ ਇਹ ਸਿੱਖਣੀ ਪਵੇਗੀ, ਸਾਨੂੰ ਕਹਿਣਾ ਪਵੇਗਾ ਜਿਹੜੀ ਚੀਜ਼ ਸੱਚ ਹੈ ਉਹ ਸੱਚ ਹੈ। ਬਿਲਕੁਲ ਠੀਕ ਹੈ ਜੀ। ਹਾਂ, ਸੋ ਅੰਕਲ ਜੀ, ਮੇਰੀ 35 ਸਾਲ ਉਮਰ ਹੋ ਗਈ। ਮੇਰੀ ਪੂਰੀ ਸੁਰਤ ਵਿੱਚ ਇੱਕ ਇਮਾਨਦਾਰ ਜੇ ਕੋਈ ਮੈਂ ਪੋਲੀਟੀਸ਼ੀਅਨ ਵੇਖਿਆ ਤਾਂ ਭਗਵੰਤ ਮਾਨ ਸਾਹਿਬ ਦੇਖੇ ਨੇ, ਜਿਨ੍ਹਾਂ ਦੇ ਕੋਈ ਦਾਗ ਨਹੀਂ ਅੱਜ ਤੱਕ, ਨਾ ਕੋਈ ਲਾ ਸਕਿਆ। ਉਹ ਤੇ ਕਹਿੰਦੇ ਨੇ ਮੈਨੂੰ ਫੜੋ, ਰੁਪਈਏ ਦੀ ਵੀ ਮੈਂ ਘਪਲਾ ਕੀਤਾ ਨੂੰ ਫੜੋ। ਹੁਣ 12 ਕਰੋੜ ਰੁਪਇਆ ਫੜਿਆ ਗਿਆ। ਇਹ ਕਾਹਦੇ ਵਾਸਤੇ ਇਹਦੇ ਕੋਲ? ਇਹਨੂੰ ਕੋਈ ਕੁਐਸਚਨ ਕਰ ਸਕਦੀ ਪਬਲਿਕ ਕਿ ਤੂੰ ਕਾਹਦੇ ਵਾਸਤੇ ਪੈਸੇ ਰੱਖੇ, ਕੀ ਕਰਨੇ ਸੀ ਪੈਸਿਆਂ ਦਾ? ਮੈਂ ਤਾਂ ਕੱਲ ਆਲਰੇਡੀ ਸੁਣੋ ਗੱਲ, ਮੈਂ ਕੱਲ ਪਰਸੋਂ ਜਦੋਂ ਭਗਵੰਤ ਮਾਨ ਹੁਣਾਂ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਤਾਂ ਉਸ ਵੇਲੇ ਮੁਬਾਰਕਬਾਦ ਦਿੱਤੀ ਹੈ ਭਗਵੰਤ ਮਾਨ ਜੀ ਨੂੰ ਕਿ ਗੁੱਡ ਲੱਕ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ, ਤੁਹਾਨੂੰ ਗੁੱਡ ਲੱਕ ਦੇ ਰਹੇ ਹਾਂ, ਵੋਟਾਂ ਲੋਕਾਂ ਨੇ ਪਾਉਣੀਆਂ, ਜਿਤਾਉਣਾ ਹਰਾਉਣਾ ਲੋਕਾਂ ਦਾ ਕੰਮ ਹੈ। ਬਟ ਮੈਂ ਇਹ ਉਹਨਾਂ ਬਾਰੇ ਇੱਕ ਗੱਲ ਸਾਫ਼ ਸਪਸ਼ਟ ਕੀਤੀ ਹੈ, ਹੁਣ ਵੀ ਕਹਿੰਦਾ, ਗਾਹ ਵੀ ਕਹੂੰਗਾ, ਆਖਰੀ ਸਾਹ ਤੱਕ ਕਹੂੰਗਾ ਕਿ ਅੱਜ 19 ਜਨਵਰੀ ਤੱਕ ਦਾ ਸਮਾਂ ਜੋ ਉਹਨੇ ਤੈਅ ਕੀਤਾ ਆ ਕਾਮੇਡੀ ਵਿੱਚ, ਵੱਖ-ਵੱਖ ਸ਼ੋਆਂ ਦੇ ਵਿੱਚ, ਔਰ ਉਹਨਾਂ ਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਭਗਵੰਤ ਮਾਨ ਤੇ ਕਿਸੇ ਨੇ ਉਹਨੂੰ ਪੈਸਾ ਮਾਰਿਆ ਹੋਵੇ, ਕੋਈ ਉਹਨੇ ਕਰਪਸ਼ਨ ਕੀਤੀ ਹੋਵੇ, ਕਿਸੇ ਨਾਲ ਹੇਰਾਫੇਰੀ ਕੀਤੀ ਹੋਵੇ, ਕਿਸੇ ਦੇ ਪਰਚਾ ਕੀਤਾ ਹੋਵੇ। ਭਗਵੰਤ ਮਾਨ ਨੇ ਕਦੇ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਕਦੇ ਆਇਆ ਹੀ ਨਹੀਂ। ਬਾਕੀ ਉਹਨਾਂ ਦੀ ਪਰਸਨਲ ਲਾਈਫ ਡਿਫਰੈਂਟ ਲਾਈਫ ਹੈ, ਆਈ ਰਿਸਪੈਕਟ ਹਿਮ, ਬਟ ਇਹ ਟਰੂ ਐਂਡ ਫੈਕਟ ਹੈ ਭਗਵੰਤ ਮਾਨ ਇੱਕ ਐਸੀ ਸ਼ਖਸੀਅਤ ਹੈ ਪੋਲੀਟੀਕਲ ਖੇਤਰ ਦੇ ਵਿੱਚ ਜਿਨ੍ਹਾਂ ਨੇ ਨਾ ਹੀ ਉਹਨਾਂ ਨੇ ਕਿਸੇ ਭਤੀਜੇ ਨੇ, ਨਾ ਹੀ ਕਦੇ ਭਾਣਜੇ ਨੇ ਕੋਈ ਇਹੋ ਜਿਹੇ ਕੰਮ ਨਹੀਂ ਕੀਤਾ ਜਿਹੜਾ ਕਿ ਇਹਨੇ ਕਰਕੇ ਚੰਨੀ ਨੇ ਇੱਕ ਨਵਾਂ ਹੋਰ ਚੰਨ ਚੜਾ ਦਿੱਤਾ। ਇਹ ਟਰੂ ਹੈ ਭਗਵੰਤ ਮਾਨ ਜੀ ਬਾਰੇ। ਮੈਂ ਖੁਦ ਆਪ ਕਹਿੰਦਾ, ਮੈਂ ਕਲੇਮ ਕਰਦਾ ਹਾਂ, ਦੁਨੀਆ ਵਾਲਿਆਂ ਨੂੰ ਮੈਂ ਕਹਿਣ ਨੂੰ ਤਿਆਰ ਹਾਂ, ਤੁਸੀਂ ਵੋਟ ਭਗਵੰਤ ਮਾਨ ਨੂੰ ਪਾਉਣੀ ਆ, ਨਹੀਂ ਪਾਉਣੀ ਤੁਹਾਡੀ ਚੁਆਇਸ ਆ। ਬਟ ਭਗਵੰਤ ਮਾਨ ਜੀ ਜ਼ਿੰਦਗੀ ਦੇ ਵਿੱਚ ਇੱਕ ਮਿਹਨਤ ਕਰਨ ਵਾਲਾ ਵਿਅਕਤੀ ਹੈ ਔਰ ਨਾ ਇਹਨੇ ਹੇਰਾਫੇਰੀ ਕੀਤੀ ਹੈ ਤੇ ਨਾ ਹੇਰਾਫੇਰੀ ਕਰਨ ਵਾਲਿਆਂ ਦਾ ਇਹਨੇ ਸਾਥ ਦਿੱਤਾ ਆ। ਇਹ ਟਰੂ ਐਂਡ ਫੈਕਟ ਹੈ, ਨਾ ਇਹ ਕਰਪਟ ਹੈ। ਅੰਕਲ ਜੀ, ਅੱਜ ਤੇ ਮੈਂ ਰਾਜਾ ਵੜਿੰਗ ਦਾ ਬਿਆਨ ਸੁਣਿਆ, ਹੁਣ ਉਹ ਦੂਜੇ ਪਾਸੇ ਹੋ ਗਏ ਨੇ। ਪਹਿਲਾਂ ਕਹਿੰਦੇ ਭਗਵੰਤ ਮਾਨ ਨੂੰ ਵੋਟ ਨਹੀਂ ਪੈਣੀ, ਹੁਣ ਉਹ ਕਹਿੰਦੇ ਕਿ ਇਹਨਾਂ ਨੇ ਫੇਕ ਆਈਡੀਆਂ ਪਵਾ ਕੇ ਭਗਵੰਤ ਮਾਨ ਨੂੰ ਵੋਟਾਂ ਕਰਾਈਆਂ। ਜਿਹੜਾ ਰਾਜਾ ਵੜਿੰਗ ਆ, ਉਹ ਰਾਜਾ ਵੜਿੰਗ ਇਹੋ ਜਿਹਾ ਮੁੰਡਾ ਆ, ਉਹ ਛਲਾਰੂ, ਮੈਂ ਤਦ ਕਹਿ ਰਿਹਾ ਝੂਠਾ ਆ ਔਰ ਕੱਪੜੇ ਸਮਾ ਕੇ ਇੱਕ ਜਿਹੜੇ ਸਿਲਾਈ ਵਾਲੇ ਆ ਉਹਨੇ ਪੈਸੇ ਨਹੀਂ ਦੇ ਸਕਦਾ। ਤਾਂ ਤੁਸੀਂ ਹੋਰ ਕੀ ਸਮਝਦੇ ਹੋ? ਪ੍ਰੋਗਰਾਮ ਨੂੰ ਅੱਗੇ ਤੋਰਾਂ ਔਰ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਕਿ ਜੋ ਲੋਕਾਂ ਦੀ ਮੰਗ ਜਾਂ ਪਾਰਟੀ ਦੀ ਮੰਗ ਜਾਂ ਵਿਧਾਇਕਾਂ ਦੀ ਮੰਗ, ਇੰਟਰਨਲ ਜਾਂ ਫਿਰ ਪਬਲਿਕ ਦੀ ਮੰਗ, ਪੰਜਾਬ 'ਚ ਵਸਦੇ ਲੋਕਾਂ ਦੀ ਮੰਗ, ਉਹਨਾਂ ਦਾ ਚਿਹਰਾ ਜਿਹੜਾ ਹੈ ਪਾਰਟੀ ਨੇ ਐਲਾਨਿਆ। ਮੈਂ ਭਗਵੰਤ ਮਾਨ ਜੀ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਤੁਹਾਡੇ ਵੱਲੋਂ ਵੀ ਮੁਬਾਰਕਬਾਦ ਦੇਣੀ ਚਾਹਾਂਗਾ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਜਿਸ ਇਹ ਪਾਰਟੀ ਬਣਦੀ ਆ ਤਾਂ ਸਾਡੇ ਸੀਐਮ ਭਗਵੰਤ ਮਾਨ ਜੀ ਹੋਣਗੇ। ਪਰ ਭਗਵੰਤ ਮਾਨ ਜੀ ਬਾਰੇ ਤੁਹਾਡੇ ਕੁਝ ਵੀ ਵਿਚਾਰ ਹੋਣ, ਮੇਰੇ ਕੁਝ ਵੀ ਹੋਣ, ਕਿਸੇ ਬਾਰੇ ਕੁਝ ਵੀ ਹੋਣ, ਪਰ ਮੈਂ ਇੱਕ ਗੱਲ ਸਾਫ਼ ਸਪਸ਼ਟ ਕਹਿ ਸਕਦਾ ਦੁਨੀਆ ਵਾਲਿਆਂ ਨੂੰ, ਹੀ ਇਜ਼ ਨਾਟ ਕਰਪਟ ਔਰ ਇਹਨੇ ਆਪਣੀ
ਪੋਲੀਟੀਕਲ ਲਾਈਫ ਦੇ ਵਿੱਚ ਕਦੇ ਵੀ ਕਿਸੇ ਵਿਅਕਤੀ ਤੇ ਪਰਚਾ ਨਹੀਂ ਦਵਾਇਆ ਔਰ ਕਿਸੇ ਦੇ ਨਾਲ ਕੋਈ ਹੇਰਾਫੇਰੀ ਪੈਸੇ ਦੀ ਨਹੀਂ ਕੀਤੀ। ਇਹ ਟਰੂ ਐਂਡ ਫੈਕਟ ਹੈ। ਕਮੇਡੀਅਨ ਕਿਉਂਕਿ ਇਹਦੀ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਜਾਣਦੇ ਹੋ ਕਿ ਐਜ਼ ਅ ਕਮੇਡੀਅਨ ਤੌਰ ਤੇ ਇਹਨਾਂ ਦੀ ਜਾਣ ਪਛਾਣ ਮਾਰਕੀਟ ਵਿੱਚ ਹੋਈ ਆ। ਉਸ ਵਿੱਚ ਪੋਲੀਟੀਸ਼ੀਅਨ ਬਣੇ ਨੇ, ਦੂਜੀ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਨੇ। ਇਹ ਲੋਕਾਂ ਨੇ ਬਣਾਏ ਨੇ। ਹੁਣ ਵੇਖਦੇ ਹਾਂ ਕਿ ਇਹਨਾਂ ਦੀ ਪਾਰਟੀ ਨੂੰ ਲੋਕ ਜਿਤਾਉਂਦੇ ਆ ਤੇ ਇਹ ਸਾਡੇ ਪੰਜਾਬ ਦੇ ਸੀਐਮ ਹੋਣਗੇ। ਸੋ ਭਗਵੰਤ ਮਾਨ ਜੀ, ਇਹ ਗੱਲਾਂ ਜਿਹੜੀਆਂ ਸੱਚੀਆਂ ਹੈ, ਸੱਚ ਹੈ ਕਿ ਤੁਹਾਡੀ ਸਿਆਸੀ ਜਿਹੜੀ ਆ ਚਾਦਰ ਆ ਇਹਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਜਿਹੜਾ ਕਿ ਬਾਸੀ ਨੂੰ ਦੱਸਦਾ ਹੋਵੇ ਕਿ ਤੁਸੀਂ ਕਰਪਟ ਹੋ ਔਰ ਤੁਸੀਂ ਕਿਸੇ ਦੇ ਪਰਚੇ ਗਲਤ ਦਵਾਏ ਹੋਣਗੇ, ਤੁਸੀਂ ਕੋਈ ਮਾਈਨਿੰਗ ਦਾ ਕੰਮ ਕੀਤਾ ਹੋਵੇਗਾ, ਕੋਈ ਐਸਾ ਬਲੈਕ ਦਾ ਕੰਮ ਕੀਤਾ ਹੋਵੇਗਾ ਜੋ ਗਲਤ ਨਜ਼ਰਾਂ ਵਿੱਚ ਹੋਵੇਗਾ। ਕੋਈ ਨਹੀਂ ਕੀਤਾ। ਬਾਕੀ ਦੀਆਂ ਗੱਲਾਂ ਪਰਸਨਲ ਕੋਈ ਵੀ ਇਸ਼ੂ ਹੋ ਸਕਦੇ ਨੇ। ਸੋ ਆਓ, ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ? ਮੈਂ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਪਨੂ ਸਾਹਿਬ ਮੇਰੀ ਮੁਬਾਰਕਬਾਦ ਮੇਰੇ ਖਿਆਲ ਕਿ ਜ਼ਰੂਰ ਜਿਹੜੀ ਆ ਉਹ ਪਹੁੰਚ ਗਈ ਹੋਵੇਗੀ। ਜੀ ਜੀ ਬਿਲਕੁਲ। ਔਰ ਕਿਉਂਕਿ ਜੋ ਸੱਚ ਹੈ ਸੱਚ ਹੈ। ਇਹ ਦੇਖੋ, ਇਹ ਗੱਲ ਪਨੂ ਸਾਹਿਬ ਸਾਨੂੰ ਇਹ ਸਿੱਖਣੀ ਪਵੇਗੀ, ਸਾਨੂੰ ਕਹਿਣਾ ਪਵੇਗਾ ਜਿਹੜੀ ਚੀਜ਼ ਸੱਚ ਹੈ ਉਹ ਸੱਚ ਹੈ। ਬਿਲਕੁਲ ਠੀਕ ਹੈ ਜੀ। ਹਾਂ। ਸੋ ਅੰਕਲ ਜੀ, ਮੇਰੀ 35 ਸਾਲ ਉਮਰ ਹੋ ਗਈ। ਮੇਰੀ ਪੂਰੀ ਸੁਰਤ ਵਿੱਚ ਇੱਕ ਇਮਾਨਦਾਰ ਜੇ ਕੋਈ ਮੈਂ ਪੋਲੀਟੀਸ਼ੀਅਨ ਵੇਖਿਆ ਤਾਂ ਭਗਵੰਤ ਮਾਨ ਸਾਹਿਬ ਦੇਖੇ ਨੇ, ਜਿਨ੍ਹਾਂ ਦੇ ਕੋਈ ਦਾਗ ਨਹੀਂ ਅੱਜ ਤੱਕ, ਨਾ ਕੋਈ ਲਾ ਸਕਿਆ। ਉਹ ਤੇ ਕਹਿੰਦੇ ਨੇ ਮੈਨੂੰ ਫੜੋ, ਰੁਪਈਏ ਦੀ ਵੀ ਮੈਂ ਘਪਲਾ ਕੀਤਾ ਨੂੰ ਫੜੋ। ਹੁਣ 12 ਕਰੋੜ ਰੁਪਇਆ ਫੜਿਆ ਗਿਆ। ਇਹ ਕਾਹਦੇ ਵਾਸਤੇ ਇਹਦੇ ਕੋਲ ਨੇ? ਇਹਨੂੰ ਕੋਈ ਕੁਐਸਚਨ ਕਰ ਸਕਦੀ ਪਬਲਿਕ ਕਿ ਤੂੰ ਕਾਹਦੇ ਵਾਸਤੇ ਪੈਸੇ ਰੱਖੇ, ਕੀ ਕਰਨੇ ਸੀ ਪੈਸਿਆਂ ਦਾ? ਮੈਂ ਤਾਂ ਕੱਲ ਆਲਰੇਡੀ ਸੁਣੋ ਗੱਲ, ਮੈਂ ਕੱਲ ਪਰਸੋਂ ਜਦੋਂ ਭਗਵੰਤ ਮਾਨ ਹੁਣਾਂ ਨੂੰ ਸੀਐਮ ਦਾ ਚਿਹਰਾ ਐਲਾਨਿਆ ਗਿਆ ਤਾਂ ਉਸ ਵੇਲੇ ਮੁਬਾਰਕਬਾਦ ਦਿੱਤੀ ਹੈ ਭਗਵੰਤ ਮਾਨ ਜੀ ਨੂੰ ਕਿ ਗੁੱਡ ਲੱਕ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ, ਸਾਨੂੰ ਗੁੱਡ ਲੱਕ ਦੇ ਰਹੇ ਹਾਂ। ਵੋਟਾਂ ਲੋਕਾਂ ਨੇ ਪਾਉਣੀਆਂ, ਜਿਤਾਉਣਾ ਹਰਾਉਣਾ ਲੋਕਾਂ ਦਾ ਕੰਮ ਹੈ। ਬਟ ਮੈਂ ਇਹ ਉਹਨਾਂ ਬਾਰੇ ਇੱਕ ਗੱਲ ਸਾਫ਼ ਸਪਸ਼ਟ ਕੀਤੀ ਹੈ, ਹੁਣ ਵੀ ਕਹਿੰਦਾ, ਗਾਹ ਵੀ ਕਹੂੰਗਾ, ਆਖਰੀ ਸਾਹ ਤੱਕ ਕਹੂੰਗਾ ਕਿ ਅੱਜ 19 ਜਨਵਰੀ ਤੱਕ ਦਾ ਸਮਾਂ ਜੋ ਉਹਨੇ ਤੈਅ ਕੀਤਾ ਆ ਕਾਮੇਡੀ ਵਿੱਚ, ਵੱਖ-ਵੱਖ ਸ਼ੋਆਂ ਦੇ ਵਿੱਚ, ਔਰ ਉਹਨਾਂ ਦੇ ਉੱਪਰ ਕੋਈ ਵੀ ਐਸਾ ਦਾਗ ਨਹੀਂ ਹੈ ਭਗਵੰਤ ਮਾਨ ਤੇ ਕਿਸੇ ਨੇ ਉਹਨੂੰ ਪੈਸਾ ਮਾਰਿਆ ਹੋਵੇ, ਕੋਈ ਉਹਨੇ ਕਰਪਸ਼ਨ ਕੀਤੀ ਹੋਵੇ, ਕਿਸੇ ਨਾਲ ਹੇਰਾਫੇਰ ਕੀਤੀ ਹੋਵੇ, ਕਿਸੇ ਤੇ ਪਰਚਾ ਕੀਤਾ ਹੋਵੇ। ਭਗਵੰਤ ਮਾਨ ਨੇ ਕਦੇ ਵੀ ਇਹੋ ਜਿਹੇ ਕੰਮਾਂ ਦੇ ਵਿੱਚ ਕਦੇ ਆਇਆ ਹੀ ਨਹੀਂ। ਬਾਕੀ ਉਹਨਾਂ ਦੀ ਪਰਸਨਲ ਲਾਈਫ ਡਿਫਰੈਂਟ ਲਾਈਫ ਹੈ। ਆਈ ਰਿਸਪੈਕਟ ਹਿਮ, ਬਟ ਇਹ ਟਰੂ ਐਂਡ ਫੈਕਟ ਹੈ ਭਗਵੰਤ ਮਾਨ ਇੱਕ ਐਸੀ ਸ਼ਖਸੀਅਤ ਹੈ ਪੋਲੀਟੀਕਲ ਖੇਤਰ ਦੇ ਵਿੱਚ ਜਿਨ੍ਹਾਂ ਨੇ ਨਾ ਹੀ ਉਹਨਾਂ ਨੇ ਕਿਸੇ ਭਤੀਜੇ ਨੇ, ਨਾ ਹੀ ਕਦੇ ਭਾਣਜੇ ਨੇ ਕੋਈ ਇਹੋ ਜਿਹੇ ਕੰਮ ਨਹੀਂ ਕੀਤਾ ਜਿਹੜਾ ਕਿ ਇਹਨੇ ਕਰਕੇ ਚੰਨੀ ਨੇ ਇੱਕ ਨਵਾਂ ਹੋਰ ਚੰਨ ਚੜਾ ਦਿੱਤਾ। ਇਹ ਟਰੂ ਹੈ ਭਗਵੰਤ ਮਾਨ ਜੀ ਬਾਰੇ। ਮੈਂ ਖੁਦ ਆਪ ਕਹਿੰਦਾ, ਮੈਂ ਕਲੇਮ ਕਰਦਾ ਹਾਂ, ਦੁਨੀਆ ਵਾਲਿਆਂ ਨੂੰ ਮੈਂ ਕਹਿਣ ਨੂੰ ਤਿਆਰ ਹਾਂ, ਤੁਸੀਂ ਵੋਟ ਭਗਵੰਤ ਮਾਨ ਨੂੰ ਪਾਉਣੀ ਆ, ਨਹੀਂ ਪਾਉਣੀ ਤੁਹਾਡੀ ਚੁਆਇਸ ਹੈ। ਬਟ ਭਗਵੰਤ ਮਾਨ ਜੀ ਜ਼ਿੰਦਗੀ ਦੇ ਵਿੱਚ ਇੱਕ ਮਿਹਨਤ ਕਰਨ ਵਾਲਾ ਵਿਅਕਤੀ ਹੈ ਔਰ ਨਾ ਇਹਨੇ ਹੇਰਾਫੇਰੀ ਕੀਤੀ ਹੈ ਤੇ ਨਾ ਹੇਰਾਫੇਰੀ ਕਰਨ ਵਾਲਿਆਂ ਦਾ ਇਹਨੇ ਸਾਥ ਦਿੱਤਾ ਹੈ। ਇਹ ਟਰੂ ਐਂਡ ਫੈਕਟ ਹੈ, ਨਾ ਹੀ ਕਰਪਟ ਹੈ। ਅੰਕਲ ਜੀ, ਅੱਜ ਤੇ ਮੈਂ ਰਾਜਾ ਵੜਿੰਗ ਦਾ ਬਿਆਨ ਸੁਣਿਆ। ਹੁਣ ਉਹ ਦੂਜੇ ਪਾਸੇ ਹੋ ਗਏ ਨੇ। ਪਹਿਲਾਂ ਕਹਿੰਦੇ ਭਗਵੰਤ ਮਾਨ ਨੂੰ ਵੋਟ ਨਹੀਂ ਪੈਣੀ, ਹੁਣ ਉਹ ਕਹਿੰਦੇ ਕਿ ਇਹਨੇ ਫੇਕ ਆਈਡੀਆਂ ਪਵਾ ਕੇ ਭਗਵੰਤ ਮਾਨ ਨੂੰ ਵੋਟਾਂ ਕਰਾਈਆਂ। ਜਿਹੜਾ ਰਾਜਾ ਵੜਿੰਗ ਆ, ਉਹ ਰਾਜਾ ਵੜਿੰਗ ਇਹੋ ਜਿਹਾ ਮੁੰਡਾ ਆ, ਉਹ ਛਲਾਰੂ, ਮੈਂ ਤਦ ਕਹਿ ਰਿਹਾ ਝੂਠਾ ਆ ਔਰ ਕੱਪੜੇ ਸਮਾ ਕੇ ਇੱਕ ਜਿਹੜੇ ਸਿਲਾਈ ਵਾਲੇ ਆ ਉਹਨੇ ਪੈਸੇ ਨਹੀਂ ਦੇ ਸਕਦਾ। ਤੇ ਤੁਸੀਂ ਹੋਰ ਕੀ ਸਮਝਦੇ ਹੋ? ਹਾਂਜੀ।